ਜਿਸ ਸਰੂਪ ਦੇ ਆਪ ਜੀ ਦਰਸ਼ਨ ਕਰਨ ਜਾ ਰਹੇ ਹੋ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਭ ਤੋਂ ਛੋਟੇ ਆਕਾਰ ਦਾ ਸਰੂਪ 1/1.5 ਇੰਚ ਦੇ ਵਿੱਚ ਸੰਪੂਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਜਿਸ ਵਿੱਚ 1430 ਅੰਗ ਅੰਕਿਤ ਹਨ। ਵਾਹਿਗੁਰੂ ਵਾਹਿਗੁਰੂ। ਸੋਹਣੀ ਆਰਤੀ, ਰਹਿਰਾਸ ਸਾਹਿਬ ਜੀ ਦੀ ਹਾਜ਼ਰੀ ਨਾਲ ਸੰਗਤਾਂ ਦੇ ਦਰਸ਼ਨ, ਇਹ ਸਭ ਕੁਝ ਕਰਨ ਤੋਂ ਉਪਰੰਤ ਹੁਣ ਆਪ ਜੀ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਉਸ ਸਥਾਨ ਦੇ ਉੱਤੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਹੀ ਸੂਖਸ਼ਮ, ਬਹੁਤ ਹੀ ਛੋਟਾ ਸਰੂਪ ਵਿਰਾਜਮਾਨ ਹੈਗਾ। ਉਹ ਸਥਾਨ ਹੈਗਾ ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਦਾ ਗ੍ਰਹਿ। ਆਓ ਤੁਸੀਂ ਵੀ ਸਾਡੇ ਨਾਲ ਚਲੋ ਤੇ ਛੋਟੇ ਸਰੂਪ ਜੀ ਦੇ ਆਪ ਵੀ ਦਰਸ਼ਨ ਕਰੋ ਤੇ ਖੁਸ਼ੀਆਂ ਮਾਣੋ। ਅੱਜ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸੱਚਖੰਡ ਹਜ਼ੂਰ ਸਾਹਿਬ ਅਬਚਲ ਨਗਰ ਦੇ, ਤੇ ਨਾਲ ਹੀ ਆਰਤੀ ਤੋਂ ਪਹਿਲੇ ਆਪ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਵੀ ਸੁਣਿਆ। ਜਿਸ ਮਿੱਠੇ ਰਹਿਰਾਸ ਸਾਹਿਬ ਦੇ ਪਾਠ ਨੂੰ ਆਪ ਜੀ ਨੇ ਕਰਦੇ ਹੋਏ ਸੁਣਿਆ, ਉਹ ਭਾਈ ਸਾਹਿਬ ਸਾਡੇ ਨਾਲ ਨੇ, ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ। ਇਹਨਾਂ ਦੀ 10ਵੀਂ ਪੁਸ਼ਤ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੀ ਹੈ। ਭਾਈ ਸਾਹਿਬ 10ਵੀਂ ਪੁਸ਼ਤ ਨੇ, ਇਹਨਾਂ ਦੇ ਪੂਰਾ ਪਰਿਵਾਰ ਸ਼ੁਰੂ ਤੋਂ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ। ਆਓ ਇਹਨਾਂ ਕੋਲ ਪੁੱਛਦੇ ਹਾਂ ਇਹਨਾਂ ਦਾ ਪਰਿਵਾਰ ਤੇ ਇਸ ਗੁਰਦੁਆਰੇ ਦਾ ਸੰਬੰਧ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣੇ ਆਪ ਦੇ ਬਾਰੇ ਤੇ ਆਪਣੇ ਪਰਿਵਾਰ ਦੇ ਬਾਰੇ ਤੇ ਜੋ ਹਿਸਟਰੀ ਗੁਰਦੁਆਰਾ ਸਾਹਿਬ ਜੀ ਦੀ ਆਪ ਦੇ ਪਰਿਵਾਰ ਨਾਲ ਜੁੜੀ ਹੈਗੀ, ਉਹਦੇ ਬਾਰੇ ਸਾਰੇ ਦਰਸ਼ਕਾਂ ਨੂੰ ਕੋਈ ਥੋੜਾ ਚਾਨਣ ਪਾਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਰਿਵਾਰ, ਜੋ ਸਾਡੇ ਵੱਡੇ ਵਡੇਰੇ ਸਨ, ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਭ ਤੋਂ ਨਿਕਟਵਰਤੀ ਬਾਬਾ ਜੀਵਨ ਦਾਸ ਜੀ ਸਨ। ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਮਹਾਰਾਜ ਆਸਾਮ ਜਾਣ ਲੱਗੇ, ਆਸਾਮ ਜਾਣ ਦਾ ਮਹਾਰਾਜ ਦਾ ਕਾਰਨ ਇਹ ਸੀ ਕਿ ਉੱਥੇ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਇਲਾਕੇ ਦੇ ਵਿੱਚ ਬਹੁਤ ਜਾਦੂ ਟੋਣੇ ਦਾ ਅਸਰ ਹੈ, ਸਾਡੇ ਬੱਚੇ ਛੋਟੇ ਛੋਟੇ ਰੋਗੀ ਰਹਿੰਦੇ ਹਨ, ਆਪ ਕਿਰਪਾ ਕਰਕੇ ਇੱਥੇ ਆ ਕੇ ਆਪਣੇ ਚਰਨ ਧਾਰੋ ਤੇ ਸਾਡੇ ਬੱਚਿਆਂ ਦੀ ਆਪ ਰੱਖਿਆ ਕਰੋ। ਗੁਰੂ ਸਾਹਿਬ ਨੇ ਉੱਥੇ ਦੀਆਂ ਸੰਗਤਾਂ ਦੀਆਂ ਬੇਨਤੀਆਂ ਸੁਣ ਕੇ ਗੁਰੂ ਸਾਹਿਬ ਆਪ ਆਸਾਮ ਗਏ। ਜਦੋਂ ਮਹਾਰਾਜ ਆਸਾਮ ਗਏ ਤੇ ਆਸਾਮ 'ਚ ਰਹਿਣ ਵਾਲੀ ਇੱਕ ਧੋਬਨੀ ਨੇ ਕਈ ਤਰੀਕੇ ਦੇ ਜਾਦੂ ਟੋਣੇ ਕੀਤੇ, ਜਿਹਦੇ ਕਰਕੇ ਮਹਾਰਾਜ ਆਸਾਮ ਦੇ ਵਿੱਚ ਨਾ ਆ ਸਕਣ, ਪਰ ਇੱਕ ਵੀ ਨਾ ਚੱਲ ਸਕਿਆ। ਫਿਰ ਆਖਿਰ ਹਾਰ ਕੇ ਉਸਨੇ ਇੱਕ 12 ਫੁੱਟ ਵੱਡਾ ਪੱਥਰ ਗੁਰੂ ਸਾਹਿਬ ਦੇ ਉੱਪਰ ਸਿੱਟਿਆ ਸੀ, ਜਿਸ ਪੱਥਰ ਨੂੰ ਗੁਰੂ ਸਾਹਿਬ ਨੇ ਆਪਣੇ ਸੱਜੇ ਹੱਥ ਨਾਲ ਰੋਕਿਆ। ਅੱਜ ਵੀ ਉਹ ਪੱਥਰ ਗੁਰਦੁਆਰਾ ਧੋਬੜੀ ਸਾਹਿਬ ਦੇ ਕੋਲ ਸਥਿਤ ਹੈ। ਤੇ ਨਾਲ ਹੀ ਇੱਕ ਹਾਰ ਕੇ ਫਿਰ ਇੱਕ ਬਹੁਤ ਵੱਡਾ ਬੂਟਾ ਗੁਰੂ ਸਾਹਿਬ ਦੇ ਉੱਪਰ ਸਿੱਟਿਆ, ਜਿਹੜਾ ਬੂਟਾ ਜ਼ਮੀਨ ਤੋਂ 3 ਮੰਜ਼ਲੀ ਉੱਪਰ ਹਵਾ ਦੇ ਵਿੱਚ ਹੀ ਗੁਰੂ ਸਾਹਿਬ ਨੇ ਰੋਕਤਾ। ਫਿਰ ਉਸ ਨੂੰ ਇਹ ਚਾਨਣਾ ਹੋ ਗਿਆ ਸੀ ਕਿ ਇਹ ਬਹੁਤ ਕੋਈ ਸਰਬ ਸ਼ਕਤੀਸ਼ਾਲੀ ਮਹਾਪੁਰਸ਼ ਹੈ, ਜਿਸ ਦੇ ਅੱਗੇ ਉਸ ਦੀ ਕੋਈ ਕਰਾਮਾਤ ਨਹੀਂ ਚੱਲ ਸਕਦੀ। ਫਿਰ ਉਸ ਨੇ ਆ ਕੇ ਗੁਰੂ ਸਾਹਿਬ ਦੇ ਸ਼ਰਣੀ ਪੈ ਕੇ ਬਹੁਤ ਮਾਫੀਆਂ ਮੰਗੀਆਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਉਸ ਦੀ ਸੇਵਾ ਲਾਈ ਕਿ ਉੱਥੇ ਰਹਿ ਕੇ ਨਾਮ ਜਪਣਾ ਤੇ ਸੰਗਤਾਂ ਦੀ ਸੇਵਾ ਕਰਿਆ ਕਰਨੀ। ਅੱਜ ਉੱਥੇ ਗੁਰਦੁਆਰਾ ਧੋਬੜੀ ਸਾਹਿਬ ਅਸਥਾਨ ਹੈ। ਉਹ ਇੱਕ ਧੋਬਨੀ ਸੀ, ਧੋਬਨੀ ਦੇ ਨਾਂ ਤੇ ਉਹ ਅਸਥਾਨ ਬਣਿਆ ਧੋਬੜੀ ਸਾਹਿਬ। ਸੰਗਤਾਂ ਅੱਜ ਵੀ ਸਾਲ 'ਚ ਇੱਕ ਵੇਰਾ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਸਾਰੇ ਨਾਰਥ ਈਸਟ ਦੀਆਂ ਸੰਗਤਾਂ ਰਲ ਮਿਲ ਕੇ ਉੱਥੇ ਮਨਾਉਂਦੀਆਂ ਹਨ। ਤੇ ਉਸ ਸਮੇਂ, ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਉੱਥੇ ਦਾ ਦੌਰਾ ਕੀਤਾ, ਉਹਨਾਂ ਦੇ ਨਿਕਟਵਰਤੀ ਬਾਬਾ ਜੀਵਨ ਦਾਸ ਜੀ ਉਹਨਾਂ ਦੇ ਨਾਲ ਸਨ। ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਬਾਰਡਰ ਦੇ ਕੋਲ ਇੱਕ ਬੁਰਹਾਨਪੁਰ ਸ਼ਹਿਰ ਹੈ। ਜਿਸ ਬੁਰਹਾਨਪੁਰ ਸ਼ਹਿਰ ਦੀਆਂ ਸੰਗਤਾਂ ਨੂੰ ਜਿਸ ਵੇਲੇ ਪਤਾ ਲੱਗਿਆ ਕਿ ਗੁਰੂ ਸਾਹਿਬ ਆਸਾਮ ਦੇ ਵਿੱਚ ਹੈ, ਬੁਰਹਾਨਪੁਰ ਦੀਆਂ ਸਾਰੀਆਂ ਸੰਗਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਉੱਥੇ ਪਹੁੰਚ ਗਈਆਂ। ਉੱਥੇ ਪਹੁੰਚ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਵੀ ਇਲਾਕੇ ਦੇ ਵਿੱਚ ਬਹੁਤ ਜਾਦੂ ਟੋਣੇ ਦਾ ਅਸਰ ਹੈ, ਸਾਡੇ ਛੋਟੇ ਛੋਟੇ ਬੱਚੇ ਰੋਗੀ ਰਹਿੰਦੇ ਹਨ, ਕਿ ਅਸੀਂ ਆਪਣਾ ਇਲਾਕਾ ਛੱਡ ਕੇ ਆਪ ਜੀ ਦੇ ਸ਼ਰਨ ਵਿੱਚ ਆ ਜਾਈਏ। ਤਾਂ ਉਸ ਵੇਲੇ ਗੁਰੂ ਸਾਹਿਬ ਜੀ ਨੇ ਉਹਨਾਂ ਸੰਗਤਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜਿੱਥੇ ਹੈ ਉੱਥੇ ਹੀ ਰਹੋ। ਤੇ ਬਾਬਾ ਜੀਵਨ ਦਾਸ ਜੀ ਦੀ ਸੇਵਾ ਲਾਈ ਕਿ ਤੁਸੀਂ ਇਹਨਾਂ ਸੰਗਤਾਂ ਦੇ ਨਾਲ ਬੁਰਹਾਨਪੁਰ ਜਾ ਕੇ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ, ਉੱਥੇ ਰੋਜ਼ ਸ਼ਾਮੀ ਰਹਿਰਾ ਸਾਹਿਬ ਦਾ ਪਾਠ, ਸੁੱਚਾ ਜਲ ਰੱਖ ਕੇ ਰਹਿਰਾ ਸਾਹਿਬ ਦਾ ਪਾਠ ਕਰਨਾ, ਅਰਦਾਸ ਕਰਨੀ। ਉਸ ਦੇ ਬਾਅਦ ਕਿਰਪਾਨ ਭੇਟ ਕਰਕੇ ਉਹ ਅੰਮ੍ਰਿਤ ਸਾਰੀਆਂ ਸੰਗਤਾਂ ਨੂੰ ਛਕਾਉਣਾ। ਜਿਨ੍ਹਾਂ ਨੂੰ ਵੀ ਤੁਸੀਂ ਇਹ ਅੰਮ੍ਰਿਤ ਛਕਾਓਗੇ, ਉਸ ਦੇ ਉੱਪਰ ਕਿਸੇ ਤਰੀਕੇ ਦਾ ਕੋਈ ਜਾਦੂ ਟੋਣੇ ਦਾ ਕੋਈ ਅਸਰ ਨਹੀਂ ਹੋਵੇਗਾ। ਉਹਨਾਂ ਦੀ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਜਦੋਂ ਬਾਬਾ ਜੀਵਨ ਦਾਸ ਜੀ ਜਾਣ ਲੱਗੇ, ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਮਾਤਾ ਜੀ ਪਟਨਾ ਦੀ ਧਰਤੀ ਤੇ ਹਨ ਤੇ ਹੁਣ 10ਵੇਂ ਗੁਰੂ ਨਾਨਕ ਨੇ ਅਵਤਾਰ ਲੈਣਾ ਹੈ ਤੇ ਸਾਨੂੰ ਉਹਨਾਂ ਦੇ ਦਰਸ਼ਨ ਕਿਸ ਤਰ੍ਹਾਂ ਹੋਣਗੇ। ਫਿਰ ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹ ਆਪ ਆ ਕੇ ਗੁਰੂ ਸਾਹਿਬ ਉੱਥੇ ਤੁਹਾਨੂੰ ਦਰਸ਼ਨ ਦੇਣਗੇ। ਗੁਰੂ ਸਾਹਿਬ ਦਾ ਹੁਕਮ ਮੰਨ ਕੇ 80 ਸਾਲ ਦੇ ਬਾਬਾ ਜੀਵਨ ਦਾਸ ਜੀ 120 ਸਾਲ ਤੱਕ ਬਰਾਨਪੁਰ ਵਿਖੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਸੇਵਾ ਕਰਦੇ ਰਹੇ। ਰੋਜ਼ ਸ਼ਾਮੀ ਰਹਿਰਾ ਸਾਹਿਬ ਦਾ ਪਾਠ ਕਰਨਾ, ਅਰਦਾਸ ਕਰਕੇ ਸਾਰੀਆਂ ਸੰਗਤਾਂ ਨੂੰ ਅੰਮ੍ਰਿਤ ਛਕਾਉਣਾ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਹੋਇਆ, ਮਹਾਰਾਜ ਪੰਜਾਬ ਗਏ। ਪੰਜਾਬ ਦੇ ਸਾਰੇ ਕੌਤਕ ਕਰਕੇ ਜਿਸ ਵੇਲੇ ਗੁਰੂ ਸਾਹਿਬ ਆਪ ਦੱਖਣ ਦੀ ਇਸ ਧਰਤੀ ਵੱਲ ਰੁਖ ਕੀਤਾ, ਜਦੋਂ ਹਜੂਰ ਸਾਹਿਬ ਆਉਣ ਲੱਗੇ, ਗੁਰੂ ਸਾਹਿਬ ਆਪ ਜਾਣੀ ਜਾਣ ਸਨ। ਮਹਾਰਾਜ ਨੇ ਬੁਰਹਾਨਪੁਰ ਦੀ ਉਸ ਧਰਤੀ ਨੂੰ ਭਾਗ ਲਾਇਆ ਜਿੱਥੇ ਬਾਬਾ ਜੀਵਨ ਦਾਸ ਜੀ 120 ਸਾਲ ਦੇ ਬਾਬਾ ਜੀਵਨ ਦਾਸ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤਾਂਘ ਰਹੇ ਸੀ। ਤੇ ਜਿਸ ਵੇਲੇ ਗੁਰੂ ਸਾਹਿਬ ਆਪ ਉੱਥੇ ਪਹੁੰਚੇ, 120 ਸਾਲ ਦੇ ਬਾਬਾ ਜੀਵਨ ਦਾਸ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ। ਸਰੀਰ ਸਾਰਾ ਬਿਰਧ ਸੀ, ਸਿਰਫ ਅੱਖਾਂ ਦੀ ਜੋਤ ਸੀ ਜਿਹੜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤਾਂਘ ਰਹੀ ਸੀ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਦੇ ਸਨਮੁਖ ਉਹਨਾਂ ਦੇ ਗੋਦ ਵਿੱਚ ਹੀ ਆਪਣਾ ਚੋਲਾ ਛੱਡ ਗਏ। ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਸੁਪੁੱਤਰ ਸਨ ਮੋਹਨਦਾਸ ਜੀ, ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਬੁਰਹਾਨਪੁਰ ਤੋਂ ਹਜ਼ੂਰ ਸਾਹਿਬ ਲੈ ਕੇ ਆਏ ਤੇ ਇਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 9 ਮਹੀਨੇ 28 ਦਿਨ ਦਾ ਸਮਾਂ ਇਸ ਧਰਤੀ ਤੇ ਬਤੀਤ ਕੀਤਾ। ਉਹਨਾਂ ਸਮਾਂ ਰੋਜ਼ ਸ਼ਾਮਾਂ ਵੇਲੇ ਬਾਬਾ ਮੋਹਨ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਾਇਆ ਕਰਦੇ ਸੀ। ਉਹਨਾਂ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਰਹਿਰਾਸੀਏ, ਬਾਬਾ ਹੀਰਾ ਸਿੰਘ ਜੀ ਰਹਿਰਾਸੀਏ, ਬਾਬਾ ਜੀਵਨ ਸਿੰਘ ਜੀ, ਇਸ ਤਰ੍ਹਾਂ ਕਰਦੇ ਕਰਦੇ ਬਾਬਾ ਮੋਨੀ ਸਾਹਿਬ, ਸ਼੍ਰੀਮਾਨ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਜਿਹੜੀ 8ਵੀਂ ਪੁਸ਼ਟ ਸੀ। ਉਹਨਾਂ ਤੋਂ ਬਾਅਦ ਬਾਬਾ ਵਿਨੋਦ ਸਿੰਘ ਜੀ ਰਹਿਰਾਸੀਏ। ਤੇ ਹੁਣ ਗੁਰੂ ਸਾਹਿਬ ਨੇ ਬੜੀ ਕਿਰਪਾ ਤੇ ਤਰਸ ਕਰਕੇ ਦਾਸ ਦੇ ਕੋਲੋਂ ਇਹ ਸੇਵਾ ਰਹਿਰਾ ਸਾਹਿਬ ਦੀ ਗੁਰੂ ਸਾਹਿਬ ਆਪ ਲੈ ਰਹੇ ਹਨ। ਸੋ ਸਾਡਾ ਜੋ ਪਰਿਵਾਰ ਹੈ ਪਿਛਲੇ ਲਗਭਗ 312 ਸਾਲ ਤੋਂ ਇੱਥੇ ਨਿਰੰਤਰ ਰਹਿਰਾ ਸਾਹਿਬ ਦਾ ਪਾਠ ਦੀ ਸੇਵਾ ਕਰ ਰਿਹਾ ਹੈ। ਸਾਧ ਸੰਗਤ ਜੀ, ਜੋ ਆਪ ਜੀ ਇੱਥੇ ਰਹਿਰਾ ਸਾਹਿਬ ਦਾ ਪਾਠ ਹਜੂਰ ਸਾਹਿਬ ਸਰਵਣ ਕਰਦੇ ਹੋ, ਸੰਸਾਰ ਦਾ ਸਭ ਤੋਂ ਅਲੱਗ ਤਰੀਕੇ ਦੀ ਰਹਿਰਾ ਸਾਹਿਬ ਦਾ ਪਾਠ ਜਿਹੜਾ ਹੈ ਉਹ ਆਪ ਜੀ ਨੂੰ ਇੱਥੇ ਸੁਣਨ ਨੂੰ ਮਿਲਦਾ ਹੈ, ਜਿਸ ਵਿੱਚ ਰਹਿਰਾ ਸਾਹਿਬ ਦੇ ਬਾਣੀ ਦੇ ਵਿੱਚ ਤਕਰੀਬਨ 9 ਵਾਰੀ ਫਤਿਹ ਬੁਲਾਈ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦਾ ਕਾਰਨ ਇਹ ਸੀ ਕਿ ਜਿਸ ਵੇਲੇ ਗੁਰੂ ਸਾਹਿਬ ਆਪ ਪੰਜਾਬ ਤੋਂ ਚੱਲ ਕੇ ਹਜੂਰ ਸਾਹਿਬ ਆਏ, ਗੁਰੂ ਸਾਹਿਬ ਦੇ ਨਾਲ ਤਕਰੀਬਨ 3000 ਫੌਜ ਸੀ। ਉਹਨਾਂ ਵਿੱਚੋਂ ਸਾਰਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਪਰਿਵਾਰ ਪੰਜਾਬ ਦੇ ਵਿੱਚ ਹੈ, ਹੁਣ ਆਪ ਕਿਰਪਾ ਕਰੋ, ਸਾਨੂੰ ਛੁੱਟੀਆਂ ਬਖਸ਼ੋ ਤਾਂ ਜੋ ਅਸੀਂ ਆਪਣੇ ਪਰਿਵਾਰ ਦੇ ਕੋਲ ਜਾ ਸਕੀਏ। ਫਿਰ ਗੁਰੂ ਸਾਹਿਬ ਨੇ ਕਿਹਾ ਅਸੀਂ ਤਾਂ ਆਪਣਾ ਸਾਰਾ ਖਜ਼ਾਨਾ ਪੰਜਾਬ ਵਿੱਚ ਛੱਡ ਕੇ ਆਏ ਹਾਂ, ਇੱਥੇ ਅਸੀਂ ਆਪਣੇ ਨਾਲ ਕੁਛ ਨਹੀਂ ਲੈ ਕੇ ਆਏ। ਫਿਰ ਗੁਰੂ ਸਾਹਿਬ ਨੂੰ ਫਿਰ ਤੋਂ ਜਦੋਂ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਡੀਆਂ ਝੋਲੀਆਂ ਭਰੋ, ਉਸ ਸਮੇਂ ਫਿਰ ਗੁਰੂ ਸਾਹਿਬ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਮਾਲ ਟੇਕੜੀ ਸਾਹਿਬ ਰੱਖਿਆ ਹੋਇਆ ਸੀ, ਸਿੰਘਾਂ ਨੂੰ ਭੇਜ ਕੇ ਉਹ ਸਾਰਾ ਖਜ਼ਾਨਾ ਕੱਢ ਕੇ ਸਿੰਘਾਂ ਨੂੰ ਢਾਲਾ ਭਰ ਭਰ ਕੇ ਖਜ਼ਾਨਾ ਦਿੱਤਾ। ਅਸ਼ਰਫੀਆਂ ਸੋਨੇ ਦੀਆਂ ਭਰ ਮਾਇਆ ਦਿੱਤੀ, ਰਸਦ ਦਿੱਤੀ ਅਤੇ ਉਹਨਾਂ ਸਾਰਿਆਂ ਨੂੰ ਛੁੱਟੀਆਂ ਬਖਸ਼ ਕੇ ਪੰਜਾਬ ਵੱਲ ਤੋਰ ਦਿੱਤਾ। 60 ਸਿੰਘ ਸਨ ਜਿਹੜੇ ਇੱਥੇ ਰਹਿ ਗਏ। ਉਹਨਾਂ 60 ਸਿੰਘਾਂ ਨੂੰ ਵੀ ਗੁਰੂ ਸਾਹਿਬ ਨੇ ਕਿਹਾ ਤੁਸੀਂ ਵੀ ਖਜ਼ਾਨਾ ਲਓ, ਮਾਇਆ ਲਓ, ਰਸਦ ਲਓ ਤੇ ਚਲੇ ਜਾਓ। ਫਿਰ ਉਹਨਾਂ 60 ਸਿੰਘਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਮਾਇਆ ਨਹੀਂ ਚਾਹੀਦੀ, ਸਾਨੂੰ ਇਹ ਖਜ਼ਾਨਾ ਨਹੀਂ ਚਾਹੀਦਾ, ਸਾਨੂੰ ਤੁਸੀਂ ਆਪ ਚਾਹੀਦੇ ਹੋ, ਸਾਨੂੰ ਆਪ ਜੀ ਦੇ ਚਰਨਾਂ ਨਾਲ ਪਿਆਰ ਹੈ। ਜਦੋਂ ਇਹ ਬੇਨਤੀ ਉਹਨਾਂ ਸਿੰਘਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੀਤੀ, ਫਿਰ ਗੁਰੂ ਸਾਹਿਬ ਨੇ ਇੱਥੇ ਵਰ ਦਿੱਤਾ ਕਿ ਜਦੋਂ ਵੀ ਤੁਸੀਂ ਅਰਦਾਸ ਕਰੋਗੇ ਮੇਰਾ ਸੀਨਾ ਹਰ ਵੇਲੇ ਇੱਥੇ ਹਾਜ਼ਰ ਰਹੇਗਾ। ਤੇ ਗੁਰੂ ਸਾਹਿਬ ਇੱਥੇ 4 ਪਹਿਰ ਵਿੱਚੋਂ 3 ਪਹਿਰ ਗੁਰੂ ਸਾਹਿਬ ਆਪ ਇੱਥੇ ਹਾਜ਼ਰ ਨਾਜ਼ਰ ਹੈ। ਇਸੇ ਕਰਕੇ ਇਸ ਸਥਾਨ ਨੂੰ ਹਜ਼ੂਰ ਸਾਹਿਬ ਕਿਹਾ ਜਾਂਦਾ। ਰਹਿੰਦੇ 6 ਘੰਟੇ ਜਿਹੜਾ ਇੱਕ ਪਹਿਰ ਰਹਿੰਦਾ ਹੈ, ਉਹ ਸੰਸਾਰ ਦੇ ਵਿੱਚ ਜਿਹੜਾ ਕੋਈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਦਿਲੋਂ ਅਰਦਾਸ ਕਰੇ, ਉਹਨਾਂ ਨੂੰ ਯਾਦ ਕਰੇ, ਪੂਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਤਾਰਨ ਵਾਸਤੇ ਗੁਰੂ ਸਾਹਿਬ ਨੇ ਇੱਕ ਪੈਰ ਉਹਨਾਂ ਵਾਸਤੇ ਰੱਖਿਆ। ਬਾਕੀ 4 ਪੈਰ ਚੋਂ 3 ਪੈਰ ਆਪ ਇੱਥੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੈ। ਸੋ ਸਾਡੇ ਪਰਿਵਾਰ ਜਿਹੜਾ ਗੁਰੂ ਸਾਹਿਬ ਦੇ ਨਾਲ ਇੱਥੇ ਆ ਕੇ ਵਸਿਆ ਸੀ, ਉਹ ਸਾਡੇ ਪਰਿਵਾਰ ਦੇ ਵਿੱਚ ਨਿਰੰਤਰ ਇਹ ਸੇਵਾ ਪਿਛਲੇ 9 ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਗੁਰੂ ਸਾਹਿਬ ਆਪ ਸੇਵਾ ਲੈ ਰਹੇ ਹਨ ਤੇ ਦਾਸ
ਪਿਛਲੇ 5 ਸਾਲਾਂ ਤੋਂ ਇੱਥੇ ਰਹਿਰਾ ਸਾਹਿਬ ਦੀ ਸੇਵਾ ਸੱਚਖੰਡ ਸਾਹਿਬ ਵਿਖੇ ਕਰ ਰਿਹਾ ਹੈ। ਸੋ ਦਾਸ ਵੀ ਉਹਨਾਂ ਬਾਬਾ ਜੀਵਨ ਦਾਸ ਜੀ ਦੇ ਪਰਿਵਾਰ ਵਿੱਚੋਂ ਹੈ ਅਤੇ ਬਾਬਾ ਮੋਹਨ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪ ਅੰਮ੍ਰਿਤ ਛਕਾ ਕੇ ਇੱਥੇ ਲੈ ਕੇ ਆਏ ਸੀ। ਸੋ ਉਹਨਾਂ ਪਰਿਵਾਰ ਚੋਂ ਦਾਸ ਇੱਥੇ ਹੁਣ ਨਿਰੰਤਰ ਪਿਛਲੇ 312 ਸਾਲਾਂ ਤੋਂ ਸਾਡੇ ਵੱਡੇ ਵਡੇਰੇ ਸੇਵਾ ਕਰਦੇ ਆ ਰਹੇ ਹਨ। ਭਾਈ ਸਾਹਿਬ, ਇਹ ਆਪਨੇ ਜੀ ਨੇ ਜ਼ਿਕਰ ਕੀਤਾ ਸੀਗਾ ਕਿ ਆਪ ਜੀ ਦੇ ਪਰਿਵਾਰ ਕੋਲੋਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸੂਖਸ਼ਮ ਸਰੂਪ ਆਪ ਜੀ ਦੇ ਪਰਿਵਾਰ ਕੋਲ ਹੈਗਾ, ਤੇ ਸਭ ਤੋਂ ਪਹਿਲੇ ਤੇ ਸਾਡੀ ਸੰਗਤਾਂ ਨੂੰ ਉਸ ਸੂਖਸ਼ਮ ਸਰੂਪ ਦੇ ਬਾਰੇ, ਉਹਦੇ ਇਤਿਹਾਸ ਦੇ ਬਾਰੇ ਦੱਸੋ ਤੇ ਫਿਰ ਉਹਦੇ ਦਰਸ਼ਨ ਵੀ ਕਰਾਓ। ਜਿਸ ਸਰੂਪ ਦੇ ਆਪ ਜੀ ਦਰਸ਼ਨ ਕਰਨ ਜਾ ਰਹੇ ਹੋ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਭ ਤੋਂ ਛੋਟੇ ਆਕਾਰ ਦਾ ਸਰੂਪ 1/1.5 ਇੰਚ ਦੇ ਵਿੱਚ ਸੰਪੂਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਜਿਸ ਵਿੱਚ 1430 ਅੰਗ ਅੰਕਿਤ ਹਨ। ਫਸਟ ਵਰਲਡ ਵਾਰ ਦੇ ਸਮੇਂ ਦੇ ਦੌਰਾਨ ਜਦੋਂ ਭਾਰਤ ਅੰਗਰੇਜ਼ਾਂ ਦੇ ਅਧੀਨ ਸੀ, ਉਸ ਸਮੇਂ ਜਦੋਂ ਜਰਮਨੀ ਇੰਗਲੈਂਡ ਦੇ ਉੱਪਰ ਹਾਵੀ ਹੋ ਰਿਹਾ ਸੀ, ਉਸ ਸਮੇਂ ਇੱਥੇ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਸਿੱਖਾਂ ਦੀ ਫੌਜ ਤਿਆਰ ਕੀਤੀ। ਉਸ ਫੌਜ ਦਾ ਨਾਂ ਰੱਖਿਆ ਗਦਰ ਦੀ ਫੌਜ, ਅਤੇ ਉਹ ਸਾਰੇ ਗੁਰਸਿੱਖ ਫੌਜੀਆਂ ਨੂੰ ਉਹਨਾਂ ਨੇ ਆਦੇਸ਼ ਦਿੱਤਾ ਕਿ ਹੁਣ ਤੁਸੀਂ ਵਿਦੇਸ਼ ਦੀ ਧਰਤੀ ਤੇ ਲੜਾਈ ਲੜਨ ਵਾਸਤੇ ਜਾਣਾ ਹੈ। ਇਹ ਆਦੇਸ਼ ਸੁਣ ਕੇ ਸਾਰੇ ਗੁਰਸਿੱਖ ਫੌਜੀ ਅਕਾਲ ਤਖਤ ਸਾਹਿਬ ਪੁੱਜੇ। ਉੱਥੇ ਪਹੁੰਚ ਕੇ ਉੱਥੇ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਅਸੀਂ ਆਪਣੇ ਧਰਤੀ ਤੇ ਲੜਦੇ ਰਹੇ ਹਾਂ, ਐਕਸਰਸਾਈਜ਼ ਕਰਦੇ ਰਹੇ ਹਾਂ, ਜ਼ਮੀਨ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਮੂਵਮੈਂਟ ਕਰਦੇ ਰਹੇ ਹਾਂ, ਸਾਡਾ ਦਾੜਾ ਸਾਡੀ ਇਸ ਧਰਤੀ ਤੇ ਜਿੱਥੇ ਸਾਡੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਇੱਥੇ ਲੱਗੇ, ਸਾਨੂੰ ਕੋਈ ਅਫਸੋਸ ਨਹੀਂ। ਪਰ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਜਾਵਾਂਗੇ, ਜਿੱਥੇ ਅੰਗਰੇਜ਼ਾਂ ਦੇ ਲੈਦਰ ਦੇ ਬੂਟ ਚੱਲੇ ਹੋਣਗੇ, ਉੱਥੇ ਸਾਡਾ ਦਾੜਾ ਉਸ ਧਰਤੀ ਤੇ ਲੱਗੇ, ਸਾਨੂੰ ਇਹ ਮਨਜ਼ੂਰ ਨਹੀਂ। ਉਸ ਸਮੇਂ ਪਹਿਲੀ ਵਾਰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੇ ਗੁਰਮਤਾ ਕਰਕੇ ਉਹਨਾਂ ਗੁਰਸਿੱਖ ਫੌਜੀਆਂ ਨੂੰ ਆਪਣੇ ਦਾੜੇ ਦੀ ਸਾਂਭ ਵਾਸਤੇ ਨੈਟ ਲਾਉਣ ਦਾ ਆਦੇਸ਼ ਦਿੱਤਾ। ਜੋ ਅੱਜ ਵੀ ਅਸੀਂ ਗੁਰਸਿੱਖ ਫੌਜੀ ਜਿਹੜੇ ਫੌਜ ਵਿੱਚ ਹਨ, ਉਹ ਅਸੀਂ ਦੇਖਦੇ ਹਾਂ ਆਪਣੇ ਦਾੜੇ ਦੀ ਸਾਂਭ ਵਾਸਤੇ ਨੈਟ ਲਾਉਂਦੇ ਹਨ। ਸੋ ਇਹ ਪਹਿਲਾ ਆਦੇਸ਼ ਜਦੋਂ ਫਸਟ ਵਰਲਡ ਵਾਰ ਹੋਇਆ ਸੀ, ਉਸ ਸਮੇਂ ਉਹਨਾਂ ਗੁਰਸਿੱਖ ਫੌਜੀਆਂ ਨੂੰ ਆਪਣੇ ਦਾੜੇ ਦੀ ਸਾਂਭ ਵਾਸਤੇ ਮਿਲਿਆ ਸੀ। ਇਹ ਆਦੇਸ਼ ਮਿਲਣ ਤੋਂ ਬਾਅਦ ਉਹਨਾਂ ਸਾਰੇ ਗੁਰਸਿੱਖ ਫੌਜੀਆਂ ਨੇ ਬ੍ਰਿਟਿਸ਼ ਗਵਰਨਮੈਂਟ ਅੱਗੇ ਇੱਕ ਮੰਗ ਰੱਖੀ, ਇੱਕ ਕੰਡੀਸ਼ਨ ਰੱਖੀ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਰੋਜ਼ ਦਰਸ਼ਨ ਨਹੀਂ ਕਰਾਂਗੇ, ਮੱਥਾ ਨਹੀਂ ਟੇਕਾਂਗੇ, ਹੁਕਮਨਾਮਾ ਨਹੀਂ ਸੁਣਾਂਗੇ, ਅਸੀਂ ਕੋਈ ਲੜਾਈ ਲੜਨ ਵਾਸਤੇ ਨਹੀਂ ਜਾਵਾਂਗੇ। ਬ੍ਰਿਟਿਸ਼ ਗਵਰਨਮੈਂਟ ਨੂੰ ਇਹ ਪਤਾ ਸੀ ਕਿ ਅਗਰ ਇਹਨਾਂ ਦੀ ਇਹ ਮੰਗ, ਉਹਨਾਂ ਦੀ ਇਹ ਕੰਡੀਸ਼ਨ ਪੂਰੀ ਨਾ ਕੀਤੀ ਜਾਵੇ, ਇਹਨਾਂ ਗੁਰਸਿੱਖਾਂ ਨੇ ਕੋਈ ਫੋਰਨ ਵਿੱਚ ਜਾ ਕੇ, ਵਿਦੇਸ਼ ਦੇ ਧਰਤੀ ਤੇ ਜਾ ਕੇ ਲੜਾਈ ਲੜਨ ਵਾਸਤੇ ਨਹੀਂ ਜਾਣਾ। ਬੜਾ ਖੋਜ ਵਿਚਾਰ ਕਰਕੇ ਇੰਗਲੈਂਡ ਦਾ ਜਾਪਾਨ ਦੇ ਨਾਲ ਅਲਾਇੰਸ ਸੀ, ਤੇ ਉਸ ਸਮੇਂ ਜਾਪਾਨ ਦੇ ਸਾਇੰਟਿਸਟਾਂ ਨੇ ਬੜਾ ਖੋਜ ਵਿਚਾਰ ਰਿਸਰਚ ਕਰਕੇ ਜਿੰਨਾ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ, ਉਹਨੂੰ ਮਿਨੀਮਾਈਜ਼ ਕਰਕੇ ਮਾਈਕਰੋ ਸਾਈਜ਼ ਦੇ ਵਿੱਚ ਲਿਆ ਕੇ ਆਫਸੈਟ ਟੈਕਨੋਲੋਜੀ ਦੇ ਰਾਹੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ 1/1.5 ਇੰਚ ਦੇ ਸਾਈਜ਼ ਦੇ ਵਿੱਚ ਤਿਆਰ ਕੀਤਾ, ਅਤੇ ਹਰ ਇੱਕ ਗੁਰਸਿੱਖ ਨੂੰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਦਿੱਤਾ, ਜੋ ਇਹ ਹਰ ਇੱਕ ਗੁਰਸਿੱਖ ਫੌਜੀ ਆਪਣੇ ਸ਼ੀਸ਼ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਰੱਖਦੇ ਸੀ। ਅਤੇ ਇਸ ਦੇ ਨਾਲ ਹੀ ਇੱਕ ਮੈਗਨੀਫਾਈਂਗ ਗਲਾਸ ਦਿੱਤਾ, ਜਿਸ ਮੈਗਨੀਫਾਈਂਗ ਗਲਾਸ ਦੇ ਰਾਹੀਂ ਇਸ ਸਰੂਪ ਦੇ ਅੱਖਰ ਜਿਹੜੇ ਹਨ ਉਹ 5 ਤੋਂ 10 ਗੁਣਾ ਲਾਰਜ ਕਰਕੇ ਪੜ੍ਹੇ ਜਾ ਸਕਦੇ ਹਨ। ਹਰ ਇੱਕ ਗੁਰਸਿੱਖ ਫੌਜੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਨਕਮਸਤਕ ਹੋ ਕੇ ਫਿਰ ਉਸ 'ਚ ਹੁਕਮਨਾਮਾ ਲੈਣਾ, ਅਰਦਾਸਾ ਸੋਧ ਕੇ ਫਿਰ ਲੜਾਈ ਲੜਨ ਵਾਸਤੇ ਜਾਂਦੇ ਸੀ। ਉਹ ਗੁਰਸਿੱਖ ਫੌਜੀ ਇੰਨੇ ਜੋਸ਼ ਵਿੱਚ ਲੜੇ ਕਿ ਉਸ ਦੇ ਬਾਅਦ ਫਸਟ ਵਰਲਡ ਵਾਰ ਦਾ ਅੰਤ ਹੋ ਗਿਆ। ਉਹਨਾਂ ਵਿੱਚੋਂ ਕੁਝ ਗੁਰਸਿੱਖ ਫੌਜੀ ਜਿਹੜੇ ਮੁੜ ਭਾਰਤ ਵਾਪਸ ਪਹੁੰਚੇ, ਉਹਨਾਂ ਵਿੱਚੋਂ ਇਸ ਦੇ ਨਾਲ ਦਾ ਸਰੂਪ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ, ਜਿੱਥੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਲਗੀ ਸੁਸ਼ੋਭਿਤ ਕੀਤੀ ਗਈ ਹੈ, ਬਿਲਕੁਲ ਉਸ ਦੇ ਸਾਹਮਣੇ ਇਹ ਸਰੂਪ ਰੱਖਿਆ ਗਿਆ ਹੈ। ਉਹ ਸਰੂਪ ਉੱਥੇ ਬਿਰਾਜਮਾਨ ਕੀਤਾ ਗਿਆ ਹੈ, ਜਿਸ ਸਰੂਪ ਦੇ ਦਰਸ਼ਨ ਆਪ ਸਾਰੀਆਂ ਸੰਗਤਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਇੱਥੇ ਤਖਤ ਇਸ਼ਨਾਨ ਹੁੰਦਾ ਹੈ।
ਜਿਸ ਤਖਤ ਇਸ਼ਨਾਨ ਵਾਲੇ ਦਿਨ ਜਿੰਨੇ ਵੀ ਸ਼ਸਤਰ ਗੁਰੂ ਸਾਹਿਬ ਦੇ ਅੰਦਰ ਸਿੰਘਾਸਨ ਤੇ ਬਿਰਾਜਮਾਨ ਹਨ, ਜਿਨ੍ਹਾਂ ਦੀ ਰੋਜ਼ ਪੂਜਨ ਅਤੇ ਸੇਵਨ ਕੀਤੀ ਜਾਂਦੀ ਹੈ, ਉਹ ਸਾਰੇ ਸ਼ਸਤਰ ਬਾਹਰਲੇ ਪਾਸੇ ਪਰਿਕਰਮਾ ਦੇ ਵਿੱਚ ਸੁਸ਼ੋਭਿਤ ਕਰਕੇ ਉਹਨਾਂ ਸਾਰੇ ਸ਼ਸਤਰਾਂ ਦੀ ਸੇਵਾ ਹੁੰਦੀ ਹੈ। ਉਹ ਸਰੂਪ ਵੀ ਉਸ ਦਿਨ ਬਾਹਰ ਨਿਕਲਦੇ ਨੇ ਤੇ ਦੁਪਹਿਰ ਤਕਰੀਬਨ 3 ਤੋਂ 4 ਵਜੇ ਤੱਕ ਹਰ ਇੱਕ ਇਤਿਹਾਸਿਕ ਸ਼ਸਤਰ ਦਾ ਉੱਥੇ ਇਤਿਹਾਸ ਦੱਸਿਆ ਜਾਂਦਾ ਹੈ ਅਤੇ ਨਾਲ ਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਰੂਪ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਹ ਸਰੂਪ ਤਖਤ ਸਾਹਿਬ ਜੀ ਦੇ ਜਥੇਦਾਰ ਸ਼੍ਰੀਮਾਨ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ, ਜਿਨ੍ਹਾਂ ਨੇ ਇੱਥੇ 10 ਸਾਲ ਰਹਿਰਾ ਸਾਹਿਬ ਦੀ ਸੇਵਾ ਕੀਤੀ, 15 ਸਾਲ ਮੀਂਹ ਜਥੇਦਾਰ ਸਾਹਿਬ ਦੀ ਸੇਵਾ ਕੀਤੀ, 25 ਸਾਲ ਹੈਡ ਜਥੇਦਾਰ ਸਾਹਿਬ ਦੀ ਸੇਵਾ ਕੀਤੀ। ਉਹਨਾਂ ਮਹਾਂਪੁਰਸ਼ਾਂ ਨੂੰ ਜਿਹੜੇ ਫੌਜੀ ਉੱਥੋਂ ਮੁੜ ਵਾਪਸ ਆਏ ਸੀ, ਉਹਨਾਂ ਨੇ ਲਿਆ ਕੇ ਇਹ ਮਹਾਂਪੁਰਸ਼ਾਂ ਨੂੰ ਇਹ ਸਰੂਪ ਭੇਟ ਕੀਤਾ। ਸੋ ਮਹਾਂਪੁਰਸ਼ਾਂ ਨੇ ਇਹ ਸਰੂਪ ਆਪਣੇ ਜਨਮ ਅਸਥਾਨ ਵਿਖੇ ਰੱਖਿਆ ਤਾਂ ਜੋ ਜਿਹੜੀਆਂ ਸੰਗਤਾਂ ਪੰਜਾਬ ਤੋਂ ਇੱਥੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤਖਤ ਇਸ਼ਨਾਨ ਦੇ ਵੇਲੇ ਨਹੀਂ ਪਹੁੰਚ ਸਕਦੀਆਂ, ਉਹ ਅਗਰ ਕਿਸੇ ਹੋਰ ਟਾਈਮ ਆ ਸਕਦੇ ਨੇ, ਉਹਨਾਂ ਨੂੰ ਇਹ ਸਰੂਪ ਦੇ ਦਰਸ਼ਨ ਹੋ ਸਕਣ। ਸਾਧ ਸੰਗਤ ਜੀ, ਇਹ ਸਰੂਪ ਦੇ ਦਰਸ਼ਨ ਕਰਨ ਤੋਂ ਬਾਅਦ ਇੱਕੋ ਇੱਕ ਭਾਵਨਾ ਸਾਡੇ ਮਨ ਵਿੱਚ ਜਾਗਣੀ ਚਾਹੀਦੀ ਹੈ ਕਿ ਅਸੀਂ ਵੀ ਜਿਹੜਾ ਦਿਨ ਅਸੀਂ ਸ਼ੁਰੂਆਤ ਕਰਦੇ ਹਾਂ, ਜਦੋਂ ਤੱਕ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾ ਕਰੀਏ, ਉਹਨਾਂ ਦੇ ਚਰਨਾਂ ਵਿੱਚ ਨਕਮਸਤਕ ਹੋ ਕੇ ਆਪਣੀ ਹਾਜ਼ਰੀ ਨਾ ਲਵਾਈਏ, ਆਪਣੇ ਦਿਲ ਦੀ ਅਸੀਂ ਵੀ ਸ਼ੁਰੂਆਤ ਨਾ ਕਰੀਏ, ਤਾਂ ਜੋ ਸਾਡਾ ਜੀਵਨ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸੰਗਤ ਜੀ, ਹੁਣ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰੀਏ। ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ। ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ ਤੂੰ ਗੁਨਾਹ ਬਾਬਾ ਨਾਨਕਾ। ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ। ਸਤਿਗੁਰੂ ਨਾਨਕ, ਧੰਨ ਗੁਰੂ ਨਾਨਕ, ਸਤਿਗੁਰੂ ਨਾਨਕ, ਧੰਨ ਗੁਰੂ ਨਾਨਕ। ਤੂੰ ਹੀ ਦੁਨੀਆ ਵਾਲੀ ਐ ਖੇਡ ਰਚਾਈ, ਤੂੰ ਹੀ ਦੁਨੀਆ ਵਾਲੀ ਐ ਖੇਡ ਰਚਾਈ। ਹਰ ਡੁੱਬਦੀ ਵੇੜੀ ਤੂੰ ਪਾਰ ਲੰਘਾਈ, ਪਾਰ ਲੰਘਾਈ। ਸਵੱਲੀ ਰੱਖ ਮੇਰੇ ਤੇ ਵੀ, ਸਵੱਲੀ ਰੱਖ ਮੇਰੇ ਤੇ, ਸਵੱਲੀ ਰੱਖ ਮੇਰੇ ਤੇ ਨਿਗਾਹ ਬਾਬਾ ਨਾਨਕਾ। ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ।